ਦਿੱਲੀ ਐਨਸੀਆਰ ਵਿੱਚ ਗੱਡੀਆਂ ਦੇ ਪੋਲੂਸ਼ਨ ਦੇ ਚਲਤੇ ਜਿਹੜੀ ਪੈਟਰੋਲ ਦੀ ਗੱਡੀ ਆ ਉਸ ਤੋਂ 15 ਸਾਲ ਅਤੇ ਡੀਜ਼ਲ ਦੀ ਗੱਡੀ 10 ਸਾਲ ਦੇ ਉੱਤੇ ਬੈਨ ਲੱਗਿਆ ਹੋਇਆ। ਦਿੱਲੀ ਐਨਸੀਆਰ ਚ ਮਤਲਬ ਕਿ ਤੁਸੀਂ ਜਦੀ 10 ਸਾਲ ਤੋਂ ਉੱਪਰ ਤੁਹਾਡੀ ਗੱਡੀ ਚੱਲ ਚੁੱਕੀ ਆ ਤਾਂ ਉਹ ਦਿੱਲੀ ਐਨਸੀਆਰ ਦੇ ਏਰੀਆ ਵਿੱਚ ਨਹੀਂ ਚੱਲ ਸਕਦੀ ਜਿਹੜੀ ਡੀਜ਼ਲ ਦੀ ਗੱਡੀ ਆ। ਇੱਦਾਂ ਹੀ ਪੈਟਰੋਲ ਦੀ ਗੱਡੀ ਜਿਹੜੀ ਹੈ 15 ਸਾਲ ਤੋਂ ਉੱਪਰ ਜਦੀ ਉਸ ਦੀ ਮਿਆਦ ਪੂਰੀ ਹੋ ਚੁੱਕੀ ਹੈ 15 ਸਾਲ ਦੀ ਤਾਂ ਦਿੱਲੀ ਐਨਸੀਆਰ ਵਿੱਚ ਨਹੀਂ ਚੱਲ ਸਕਦੀ। और सरकार का कहना है कि पोल्यूशन लेवल क्योंकि दिल्ली एनसीआर ਵਿੱਚ ਬਹੁਤ ਜ਼ਿਆਦਾ ਹਾਈ ਹੈ, ਉੱਥੇ ਗੱਡੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ, ਜਿਸ ਕਰਕੇ ਇਸ ਤਰ੍ਹਾਂ ਦੇ ਪ੍ਰਤੀਬੰਧ ਜਿਹੜੇ ਆ ਦਿੱਲੀ ਐਨਸੀਆਰ ਵਿੱਚ ਲਗਾਏ ਗਏ ਨੇ। ਇਸੇ ਤਰ੍ਹਾਂ ਦੇ ਪ੍ਰਤੀਬੰਧ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵਿੱਚ ਵੀ ਲਗਾਉਣਾ ਚਾਹੁੰਦਾ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਮੰਨਣਾ ਹੈ ਚੰਡੀਗੜ੍ਹ ਵਿੱਚ ਗੱਡੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ। ਇੰਨਾ ਹੀ ਨਹੀਂ, ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵੀ ਗੱਡੀਆਂ ਜਿਹੜੀਆਂ ਚੰਡੀਗੜ੍ਹ ਵਿੱਚ ਬਹੁਤ ਵੱਡੀ ਸੰਖਿਆ 'ਚ ਐਂਟਰ ਕਰਦੀਆਂ, जिस करके इत्थे ना सिर्फ जिहड़ा ट्रैफिक जाम लगता बल्कि पोल्यूशन लेवल भी हाई आ। उन्होंने घट करने लई दिल्ली की जिहड़ी पॉलिसी आ वो चंडीगढ़ एडमिनिस्ट्रेशन अडॉप्ट करने की सोच रही है। तो असीं कुछ लोगों नाल गलबात करते हैं, जानते हैं कि दिल्ली की जिहड़ी पॉलिसी आ जदी वो चंडीगढ़ एडमिनिस्ट्रेशन उन्होंने लागू करती है वो किन्नी क बाइबल है, लोग इनू किन्ना क सही मानते हैं और किन्ना क गलत मानते हैं, ये आपां लोगों नाल गलबात करके जानते हैं। 10 साल पहले डीजल और 15 साल पेट्रोल की गाड़ियों जो बैन कर रहे हैं, एक तरफ से अगर पर्यावरण को देखें तो ठीक भी है, पर सरकार को कुछ अल्टरनेट लाना चाहिए, जैसे इंजन्स को सीएनजी में कन्वर्ट करने के लिए कुछ जो किट्स हैं उसको सस्ते दामों पर करना चाहिए, फिर उसकी जो वैधता है वो बढ़ानी चाहिए। सर ਜਿਹੜਾ ਐਨਸੀਆਰ 'ਚ ਮਤਲਬ ਗੱਡੀਆਂ 'ਤੇ ਬੈਨ ਲਗਾਇਆ ਹੋਇਆ, ਹੁਣ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੀ ਇਸੇ ਤਰ੍ਹਾਂ ਗੱਡੀਆਂ ਦੇ ਉੱਤੇ 10 ਸਾਲ ਤੇ 15 ਸਾਲ ਦਾ ਬੈਨ ਲਗਾਉਣ ਦੀ ਸੋਚ ਰਹੀ ਹੈ। ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਡਿਸੀਜਨ ਲੈਣਾ ਚਾਹੀਦਾ ਜਾਂ ਨਹੀਂ? ਸਰ ਇਹਦੇ ਵਿੱਚ ਬੜਾ ਸੋਚਣਾ ਪਏਗਾ ਕਿਉਂਕਿ ਦਿੱਲੀ ਦੀ ਔਰ ਚੰਡੀਗੜ੍ਹ ਦੀ ਸਿਟੀਆਂ ਦੋਨੋਂ ਆਪਸ 'ਚ ਬਹੁਤ ਡਿਫਰੈਂਸ ਹੈ। ਚੰਡੀਗੜ੍ਹ ਦੀਆਂ ਸੜਕਾਂ, ਚੰਡੀਗੜ੍ਹ ਦੀ ਆਬਾਦੀ ਔਰ ਚੰਡੀਗੜ੍ਹ ਦੇ ਵਿੱਚ ਚਲਾਉਣ ਦਾ ਜਿਹੜਾ ਤਰੀਕਾ ਹੈ ਬਹੁਤ ਫਰਕ ਹੈ। ਤੇ ਉਸ ਦੇ ਵਿੱਚ ਗੱਡੀ ਦੇ ਵਿੱਚ 5 ਸਾਲ ਦੀ ਐਕਸਟੈਂਸ਼ਨ ਅੱਗੇ ਮਿਲਦੀ ਹੈ, 15 ਤੋਂ ਬਾਅਦ 5 ਸਾਲ ਮਿਲਦੀ ਹੈ ਜੇ ਅਗਰ ਗੱਡੀ ਦੀ ਕੰਡੀਸ਼ਨ ਠੀਕ ਹੋਵੇ, ਚੈੱਕ ਕਰਦੇ ਸਭ ਕੁਝ ਕਰਦੇ। ਤੇ ਉਸ ਤਰ੍ਹਾਂ ਦਾ ਇੱਕ ਇਹਨਾਂ ਨੂੰ ਬਾਈ ਮੀਡੀਆ ਲੱਭਣਾ ਪੜੇਗਾ ਕਿਉਂਕਿ ਇੰਨੀ ਕਿ ਦਿੱਲੀ ਔਰ ਚੰਡੀਗੜ੍ਹ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਹਰ ਤਰ੍ਹਾਂ ਦਾ ਫਰਕ ਹੈ। ਉੱਥੇ ਪੋਲੂਸ਼ਨ ਬਹੁਤ ਜ਼ਿਆਦਾ ਹੈ, ਉੱਥੇ 24 ਘੰਟੇ ਚੱਲਦੇ, ਉੱਥੇ ਫੈਕਟਰੀ ਦਾ ਉਹ ਹੈਗਾ, ਸਭ ਕੁਝ ਹੈਗਾ, ਪਰ ਉਸ ਸਮੇਂ ਚੰਡੀਗੜ੍ਹ ਤਾਂ ਬਹੁਤ ਸਾਫ਼ ਹੈ। ਦੇਖੋ ਜੀ, ਜਿਹੜਾ ਪੋਲੂਸ਼ਨ ਹੈ ਉਹ ਬਹੁਤ ਵੱਡਾ ਇੱਕ ਹਾਨੀਕਾਰਕ ਐਲੀਮੈਂਟ ਹੈ ਸਿਹਤ ਲਈ, ਦਰੱਖਤਾਂ ਲਈ ਜਾਂ ਬਾਕੀ ਸਾਰੇ ਸਿਸਟਮ ਲਈ। ਇਸ ਕਰਕੇ ਇਹਨੂੰ ਠੀਕ ਰੱਖਣ ਲਈ ਜੇ ਪੈਟਰੋਲ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਘੱਟ ਵੀ ਕਰਨੀਆਂ ਚਾਹੀਦੀਆਂ, ਬੰਦ ਵੀ ਕਰਨੀਆਂ ਚਾਹੀਦੀਆਂ ਅਤੇ ਕਰ ਦੇਣੀਆਂ ਚਾਹੀਦੀਆਂ। ਜੇ ਇਹਦੇ 'ਚ ਸਰਕਾਰ ਕੋਈ ਹੁਕਮ ਲਾਉਂਦੀ ਹੈ ਜਾਂ ਹੁਕਮ ਪਾਸ ਕਰਦੀ ਹੈ ਤਾਂ ਉਹਨੂੰ ਮੰਨਣਾ ਚਾਹੀਦਾ। ਸਗੋਂ ਜਿਹੜਾ ਸਰਕਾਰ ਨੂੰ ਇਹ ਸਾਡੇ ਵੱਲੋਂ ਆਵਾਜ਼ ਜਾਣੀ ਚਾਹੀਦੀ ਹੈ ਕਿ ਪ੍ਰਦੂਸ਼ਣ ਜਿਹੜਾ ਹੈ ਬਹੁਤ ਹਾਨੀਕਾਰਕ ਹੈ, ਇਸ ਕਰਕੇ ਇਹਨੂੰ ਰੋਕਣ ਲਈ ਜਿਹੜਾ ਹੈ ਪੈਟਰੋਲ ਦੀਆਂ, ਡੀਜ਼ਲ ਦੀਆਂ ਗੱਡੀਆਂ ਬੰਦ ਹੋਣੀਆਂ ਚਾਹੀਦੀਆਂ ਅਤੇ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਨੇ ਉਹ ਜ਼ਿਆਦਾ ਸੜਕਾਂ 'ਤੇ ਹੋਣੀਆਂ ਚਾਹੀਦੀਆਂ। ਸਰ ਲੋਕਾਂ ਦਾ ਵਿਊ ਇਹ ਹੈ ਵੀ ਕਹਿੰਦੇ ਆ ਵੀ ਸਾਡੀਆਂ ਗੱਡੀਆਂ ਹਾਲੇ ਇੰਨੀਆਂ ਚੱਲੀਆਂ ਨਹੀਂ ਹੈ, ਕੰਡੀਸ਼ਨ ਬਹੁਤ ਅੱਛੀ ਹੈ ਅਤੇ ਉਸ ਦੇ ਬਾਵਜੂਦ ਬੈਨ ਕਰਕੇ ਸਾਨੂੰ ਮਾਲੀ ਜਿਹੜਾ ਹੈ ਨੁਕਸਾਨ ਪਹੁੰਚ ਰਿਹਾ। ਦੇਖੋ, ਇਹ ਇੱਕਦਮ ਨਹੀਂ ਸਰਕਾਰ ਨੂੰ ਕਰਨੀ ਚਾਹੀਦੀ। ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਨਾ ਜੀ, ਉਹ ਸਾਰੇ ਇਲੈਕਟ੍ਰਿਕ ਸਿਸਟਮ 'ਤੇ ਲੈ ਆਓ। ਜਿਹੜੀਆਂ ਪੁਰਾਣੀਆਂ ਨੇ ਉਹਨਾਂ ਨੂੰ ਚੱਲਣ ਚਾਹੀਦਾ, ਉਹਨਾਂ ਨੂੰ ਨਾ ਜਿਹੜਾ ਇੱਕਦਮ ਚੇਂਜ ਕਰ, ਕਿਉਂਕਿ ਠੀਕ ਹੈ ਲੋਕਾਂ ਦਾ ਨੁਕਸਾਨ ਹੋਣਾ। ਜਾਂ ਜਿਹੜੀਆਂ ਗੱਡੀਆਂ 15 ਸਾਲ ਤੋਂ ਜਾਂ 20 ਸਾਲ ਤੋਂ ਉੱਪਰ ਹੋ ਗਈਆਂ ਜਿਨ੍ਹਾਂ ਦੀ ਲਾਈਫ, ਉਹਨਾਂ ਨੂੰ ਕੱਢ ਦੇਣ ਅਤੇ ਉਹਨਾਂ ਦੀ ਜਗ੍ਹਾ ਨਵਾਂ ਗੱਡੀਆਂ ਹੋਣਗੀਆਂ ਜੋ ਇਲੈਕਟ੍ਰੀਸਿਟੀ ਸਿਸਟਮ 'ਤੇ ਆ ਜਾਣਗੀਆਂ ਤਾਂ ਕੰਮ ਚੱਲ ਜਾਏਗਾ, ਇੱਕਦਮ ਜਿਹੜਾ ਬੰਦ ਨਹੀਂ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੀ ਨਾ ਜਿੱਦਾਂ ਦਿੱਲੀ ਐਨਸੀਆਰ 'ਚ 10 ਸਾਲ ਪੁਰਾਣੀਆਂ ਪੈਟਰੋਲ ਦੀਆਂ ਅਤੇ 15 ਸਾਲ ਪੁਰਾਣੀਆਂ ਪੈਟਰੋਲ ਦੀਆਂ ਅਤੇ 10 ਸਾਲ ਪੁਰਾਣੀਆਂ ਡੀਜ਼ਲ ਦੀਆਂ ਜਿਹੜੀ ਗੱਡੀਆਂ ਉਹਨੂੰ ਬੈਨ ਕਰ ਦਿੱਤਾ। ਇੱਦਾਂ ਹੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੀ ਚੰਡੀਗੜ੍ਹ ਵਿੱਚ ਗੱਡੀਆਂ ਬੈਨ ਕਰਨ ਦੇ ਬਾਰੇ ਵਿਚਾਰ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਇਹ ਡਿਸੀਜਨ ਕਿੰਨਾ ਕੁ ਸਹੀ ਹੈ? ਸਰ ਇਹ ਡਿਸੀਜਨ ਜੇ ਲਾਗੂ ਹੁੰਦਾ ਹੈ, ਜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇਹ ਡਿਸੀਜਨ ਲਾਗੂ ਕਰਦੀ ਹੈ ਤਾਂ ਇਹਦੇ 'ਤੇ ਆਮ ਪਬਲਿਕ ਜਿਹੜੇ ਕਿ 2 ਵੀਲਰ ਚਲਾਉਂਦੇ ਨੇ ਜਾਂ 4 ਵੀਲਰ ਚਲਾਉਂਦੇ ਨੇ ਉਹਨਾਂ 'ਤੇ ਇੱਕ ਆਰਥਿਕ ਬੋਝ ਵਧੇਗਾ, ਕਿਉਂਕਿ ਹਰ ਬੰਦੇ ਦੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਗੱਡੀ ਦਾ ਸੈਗਮੈਂਟ ਚੇਂਜ ਕਰੇ। ਜਿੱਦਾਂ ਕੋਈ ਬੰਦਾ 3 ਤੋਂ ਲੈ ਕੇ 5 ਲੱਖ ਦੀ ਗੱਡੀ ਚਲਾ ਰਿਹਾ ਹੈ, ਉਹ ਤਾਂ ਮੇਬੀ ਸ਼ਾਇਦ ਨਾ ਹੀ ਕਰੇਗਾ ਵੀ ਨਹੀਂ, ਇਹਦਾ ਆਰਥਿਕ ਬੋਝ ਵਧੇਗਾ ਉਹਦੇ 'ਤੇ। ਜੇ ਅਸੀਂ ਵੱਡੇ ਸੈਗਮੈਂਟ ਦੀ ਗੱਡੀ ਵਾਲੇ ਪਰਸਨਸ ਤੋਂ ਪੁੱਛਾਂਗੇ, ਉਹਨਾਂ ਤੋਂ ਪੁੱਛਾਂਗੇ, ਮੇਬੀ ਸ਼ਾਇਦ ਉਹ ਇੱਕ 90% ਜਵਾਬ ਜਾਂ ਨਿਊਟਰਲ ਜਵਾਬ ਦੇਣਗੇ ਵੀ ਅਸੀਂ ਕੁਛ ਨਹੀਂ ਕਹਿ ਸਕਦੇ, ਮਗਰ 90% ਆਮ ਪਬਲਿਕ ਹੈ ਜਿਹੜੀ ਉਹਦੇ ਉੱਪਰ ਇੱਕ ਆਰਥਿਕ ਬੋਝ ਆਏਗਾ।
आई थिंक ये जो डिसीजन लेने की बात हो रही है ऑफ बैनिंग द डीजल व्हीकल्स 10 या 15 साल पुराने वाले, इट शुडेंट हैपन बिकॉज आई थिंक चंडीगढ़ इज़ ऑलरेडी अ गुड स्टेट. दिल्ली में पॉल्यूशन ज़्यादा है, दिल्ली के लिए इट मेक्स सेंस, बट चंडीगढ़ इज़ अ ग्रीनर सिटी एंड द एयर इज़ फ्रेश, एवरीथिंग इज़ गुड. दिस विल रिजल्ट इन फालतू का फाइनेंशियल बर्डन ऑन a middle class family. Take for instance me, I drive a Swift. वो अभी उसको अगले साल 10 साल पूरे हो जाएंगे, वो 90,000 चली हुई है, गाड़ी इन टॉप नॉच कंडीशन, पॉल्यूशन साउंड है उसका, एवरीथिंग इज़ गुड. एंड चंडीगढ़ के रोड्स पे गाड़ियों को कुछ नहीं होता है. सो गाड़ियाँ स्मूथली चलती हैं, गाड़ियों के इंजन सही रहते हैं. चंडीगढ़ की गाड़ियाँ तो मोस्ट सॉफ्ट आफ्टर हैं. सो दिस विल बी टोटली एन एब्सर्ड रूल. ये रूल like if it happens I'll be completely opposed to it. I think ये होना नहीं चाहिए, बिल्कुल नहीं होना चाहिए. That's it. मेरी तरफ से बैन बिल्कुल नहीं लगना चाहिए जो ओल्ड कार्स पर पेट्रोल डीजल पर लगने वाला है, जो सुनने में आया है. क्योंकि आई थिंक अगर हम कंपेयर करें दिल्ली और चंडीगढ़ को, तो चंडीगढ़ बहुत छोटी सिटी है दिल्ली से. इट्स अ क्लीन सिटी, इट्स अ नाइस सिटी एंड इतना ट्रैफिक भी नहीं होता है, सो उतना प्रॉब्लम नहीं है इधर. एंड अगर हम ये कर देते तो फाइनेंशियल बर्डन बहुत बढ़ जाएगा फैमिलीज़ पर. सो आई स्ट्रांगली बिलीव कि ये बिल्कुल भी बैन नहीं आना चाहिए हमारी क्लीन एंड ब्यूटीफुल सिटी पर, चंडीगढ़ पर. थैंक यू. ਦਿੱਲੀ NCR ਵਾਂਗੂ ਚੰਡੀਗੜ੍ਹ ਵਿੱਚ ਵੀ ਗੱਡੀਆਂ ਦੇ ਪ੍ਰਤੀਬੰਧ ਤੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਦੀ ਰਲੀ ਮਿਲੀ ਜਿਹੜੀ ਆ ਰਾਏ ਸਾਹਮਣੇ ਆਈ. ਲੋਕਾਂ ਦਾ ਕਹਿਣਾ ਹੈ ਕਿ ਪੋਲੂਸ਼ਨ ਨੂੰ ਦੇਖਦੇ ਹੋਏ ਚੰਡੀਗੜ੍ਹ ਵਿੱਚ ਵੀ 10 ਸਾਲ ਅਤੇ 15 ਸਾਲ ਦਾ ਜਿਹੜਾ ਇਸ਼ੂ ਹੈਗਾ ਇਹਨੂੰ ਲਾਗੂ ਕਰਨਾ ਚਾਹੀਦਾ. ਚੰਡੀਗੜ੍ਹ ਵਿੱਚ ਵੀ ਜਿਹੜੀਆਂ ਡੀਜ਼ਲ ਦੀਆਂ ਗੱਡੀਆਂ 10 ਸਾਲ ਤੋਂ ਵੱਧ ਜਿਹੜੀਆਂ ਚੱਲ ਚੁੱਕੀਆਂ ਉਹਨਾਂ ਨੂੰ ਬੈਨ, ਤੇ 15 ਸਾਲ ਤੋਂ ਵੱਧ ਜਿਹੜੀਆਂ ਪੈਟਰੋਲ ਦੀਆਂ ਗੱਡੀਆਂ ਉਹਨਾਂ ਦੇ ਉੱਤੇ ਬੈਨ ਹੋਣਾ ਚਾਹੀਦਾ. ਪਰ ਲੋਕਾਂ ਦੀ ਮਾਲੀ ਹਾਲਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ, ਕਿਉਂਕਿ ਲੋਕਾਂ ਦੀ ਜਿਹੜੀ ਮਾਲੀ ਹਾਲਤ ਹੈ ਉਹ ਕੋਈ ਅੱਛੀ ਨਹੀਂ ਹੈਗੀ, ਜਿਸ ਕਰਕੇ ਉਹਨਾਂ 'ਤੇ ਇਸ ਤਰ੍ਹਾਂ ਦਾ ਆਰਥਿਕ ਬੋਝ ਪਾਉਣਾ ਕੋਈ ਬਿਹਤਰ ਗੱਲ ਨਹੀਂ ਹੈਗੀ. ਔਰ ਇਸ ਦਾ ਕੋਈ ਹੋਰ ਸੋਲੂਸ਼ਨ ਜਿਹੜਾ ਕੱਢਣਾ ਚਾਹੀਦਾ. ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਚੰਡੀਗੜ੍ਹ ਦੀਆਂ ਅਤੇ ਦਿੱਲੀ ਦੀਆਂ ਜਿਹੜੀ ਪ੍ਰੋਬਲਮਸ ਹੈ ਉਹ ਸੇਮ ਨਹੀਂ ਹੈਗੀਆਂ. ਚੰਡੀਗੜ੍ਹ ਦੀਆਂ ਸੜਕਾਂ, ਚੰਡੀਗੜ੍ਹ ਦੇ ਲੋਕੀ, ਚੰਡੀਗੜ੍ਹ ਇੱਕ ਛੋਟਾ ਸ਼ਹਿਰ ਹੈ ਔਰ ਬਹੁਤ ਘੱਟ ਜਨਸੰਖਿਆ ਵਾਲਾ ਸ਼ਹਿਰ ਹੈ, ਇਸ ਕਰਕੇ ਦਿੱਲੀ ਵਾਲੀ ਜਿਹੜੀ ਪਾਲਿਸੀ ਆ ਉਹ ਚੰਡੀਗੜ੍ਹ ਵਿੱਚ ਲਾਗੂ ਨਹੀਂ ਹੋਣੀ ਚਾਹੀਦੀ. ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ. ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ. ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ. ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ. ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ. ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ. ਬਾਬਾ ਯਾਮੀਨ ਬੰਗਾਲੀ 96 435 032 21.